ਸਤਿ ਸ਼੍ਰੀ ਅਕਾਲ ਨਮਸਕਾਰ मैं हाँ दीपक भंडारी ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਅੱਜ ਤੁਹਾਡੇ ਸਾਹਮਣੇ ਇੱਕ ਐਸੇ ਕਪਲੇ ਦਾ ਖੁਲਾਸਾ ਕਰਨ ਜਾ ਰਹੇ ਹਾਂ। ਇਹ ਹੈ ਤਾਂ ਟਰਸਟ, ਲੋਕ ਕਿੰਨੀ ਆਸਥਾ ਦੇ ਨਾਲ ਗੁਰੂ ਘਰਾਂ 'ਚ ਜਾਂਦੇ ਨੇ ਮੱਥਾ ਟੇਕਣ, ਪਰ ਉੱਥੇ ਵੀ ਜਿਹੜੇ ਬੈਠੇ ਲੋਕ ਨੇ ਉਹ ਕਿਸ ਤਰ੍ਹਾਂ ਆਪਣੇ ਫਾਇਦੇ ਵਾਸਤੇ ਉੱਥੇ ਜੰਮ ਕੇ ਬਹਿ ਜਾਂਦੇ ਨੇ। ਇਹ ट्रस्ट है बाबा मोती राम मेहरा मैमोरियल चैरिटेबल ट्रस्ट है। उत्थे किस तरह एक बंदा पिछले 50 सालों तो काबज है। मेहरा बरादरी नूं लैके प्रचार करना सी इस ट्रस्ट का मकसद। श्री फतेहगढ़ साहब अमर शहीद बाबा मोती राम मेहरा मैमोरियल चैरिटेबल ट्रस्ट इहनूं कहा जाता है। तो किस तरह ये बंदे ने जाली वोटां उत्थे बनवा लियां। बहुत सारे पहले भी खुलासे कर चुके हैं। सर नाल ने सतनाम सिंह दाऊ पंजाब अगेंस्ट करप्शन के प्रधान ने बहुत सारे अफसरों लैके भी ये खुलासे कर चुके हैं भी किस तरह अफसर पैसा खा रहे हैं। सब तो चर्चित घोटाला सीगा जिहड़ा उन्होंने खुलासा किया सी मोहाली का PSIC, जिहदे च तुहानूं याद होना है कि साबका कैबिनेट मिनिस्टर सुंदर श्याम अरोड़ा उन्होंने जेल की हवा खानी पई सी। हालांकि उहदे विच IAS अफसरां ते कोई कार्रवाई नहीं हुई है। साडे नाल जुड़े ने सतनाम सिंह दाऊ, गलबात करते हैं। सत श्री अकाल सतनाम जी। सत श्री अकाल जी, बहुत मेहरबानी। सतनाम जी, एक तुसी मेरे को कुछ डॉकूमेंट भेजे सीगे बाबा मोती राम मेहरा ट्रस्ट मैमोरियल चैरिटेबल नूं लैके। एक थोड़ा दसो ये मामला क्या है भी उत्थे गुरुद्वारा भी बन जाता है, काम ते हुंदा इन्हां दा धर्म प्रचार करना ते होर भी कई जिहड़े समाज दे जिहड़े चंग भलाई वास्ते काम कर रहे हैं, पर ये कुछ लोग बह गए ने जिहड़े कि इन्हां दे विच भी कपले करन लग पए। क्या है पूरा मामला? देखो जी, वैसे तो असं धर्म वाले मामले कदे भी दखल अंदाजी नहीं करते, पर जिथे मामला साडे इतिहास का होवे, इतिहास नूं बिगाड़न दा होवे ते इतिहासक थावां नूं लुट्टण दा होवे, तो सानूं लगदा कि समाज दे हित ते भी सानूं प्रचार करना चाहिए जी। 1.5-2 साल पहले साडे ध्यान च आया कि ਜਿਹੜੇ माता गुजरी जी सी, श्री गुरु गोबिंद सिंह जी दे माता जी ते उन्हां दे छोटे बच्चे, छोटे साहिबजादे, ਜਦੋਂ ਸਰਹੰਦ ਦੇ ਨਵਾਬ ਨੇ ਉਹਨੂੰ ਕੈਦ ਕਰ ਲਿਆ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਨੀਹਾਂ 'ਚ ਚਿਣਿਆ ਗਿਆ ਸੀ ਜੀ, ਤਾਂ ਉਦੋਂ ਹੁਕਮ ਸੀਗਾ ਨਵਾਬ ਵੱਲੋਂ ਕਿ ਉਹ ਕਾਫਰ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਤੇ ਮਾਤਾ ਨੂੰ ਕਿ ਕਾਫਰਾਂ ਨੂੰ ਕੋਈ ਲੰਗਰ ਨਹੀਂ ਦੇਗਾ, ਕੋਈ ਰੋਟੀ ਪਾਣੀ ਨਹੀਂ ਦੇਗਾ, ਇਹਨੂੰ ਕੈਦਖਾਨਾ 'ਚ ਰੱਖਿਆ ਜਾਏਗਾ। ਤੇ ਉਹਨੇ ਇਹ ਵੀ ਕਹਿਤਾ ਜਿਹੜਾ ਬੰਦਾ ਇਹਨਾਂ ਦੀ ਮਦਦ ਕਰੇਗਾ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ, ਮੌਤ ਦੀ ਸਜ਼ਾ ਦਿੱਤੀ ਜਾਏਗੀ। ਪਰ ਉੱਥੇ ਹਿੰਦੂ ਕੈਦੀਆਂ ਵਾਸਤੇ ਭੋਜਨ ਬਣਾਉਣ ਲਈ ਜਿਹੜੇ ਰਸੋਈਆ ਸੀ ਉਹ ਮੋਤੀ ਰਾਮ ਸੀਗੇ। ਅੱਜ ਕੱਲ੍ਹ ਅਸੀਂ ਉਹਨਾਂ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਕਹਿੰਦੇ ਹਾਂ ਜੀ। ਤਾਂ ਮੋਤੀ ਰਾਮ ਕਿਉਂਕਿ ਗੁਰੂ ਘਰ ਨਾਲ ਪਹਿਲੇ ਵੀ ਜੁੜੇ ਹੋਏ ਸੀ, ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਵੀ ਅਲੱਗ-ਅਲੱਗ ਥਾਵਾਂ ਤੇ ਗੁਰੂ ਘਰ ਦੀ ਮਦਦ ਕਰਦੇ ਰਹੇ ਆ। ਤਾਂ ਉਹਨਾਂ ਨੇ ਚੋਰੀ ਛਿਪੇ ਜਿਹੜੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਸੀ। ਉੱਥੇ ਇੱਕ ਦਰਖਤ ਸੀਗਾ, ਦਰਖਤ ਦੇ ਉੱਤੇ ਚੜ੍ਹ ਕੇ ਕਿਸੇ ਤਰੀਕੇ ਨਾਲ ਆਪਣੇ ਗਹਿਣੇ ਨੂੰ ਰਿਸ਼ਵਤ ਦੇ ਤੌਰ ਤੇ ਦੇ ਕੇ ਪਹਿਰੇਦਾਰਾਂ ਨੂੰ ਉਹ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਬੱਚਿਆਂ ਦੀ ਸੇਵਾ ਕਰਦੇ ਰਹੇ, ਲੰਗਰ ਪਾਣੀ ਭੋਜਨ ਦੁੱਧ ਵਗੈਰਾ ਦਿੰਦੇ ਰਹੇ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ, ਉਸ ਤੋਂ ਬਾਅਦ ਪਤਾ ਲੱਗਣ ਤੇ ਨਵਾਬ ਨੂੰ ਕਿ ਇਹਨੇ ਹੁਕਮ ਦੀ ਅਦੁੱਲੀ ਕੀਤੀ ਹੈ, ਤਾਂ ਜਿਸ ਕੋਲੂ ਦੇ ਵਿੱਚ ਤੇਲ ਕੱਢਿਆ ਜਾਂਦਾ ਜਾਂ ਗੰਨਾ ਪੀੜਿਆ ਜਾਂਦਾ, ਐਦਾਂ ਦੇ ਕੋਲੂ ਦੇ ਵਿੱਚ ਉਹਦੇ ਛੋਟੇ ਬੱਚੇ ਨੂੰ ਪੀੜ ਦਿੱਤਾ, ਫਿਰ ਉਹਦੀ ਮਾਤਾ ਨੂੰ ਪੀੜ ਦਿੱਤਾ, ਫਿਰ ਉਹਦੀ ਪਤਨੀ ਨੂੰ ਪੀੜ ਦਿੱਤਾ, ਫਿਰ ਮੋਤੀ ਰਾਮ ਨੂੰ ਵੀ ਪੀੜ ਦਿੱਤਾ। ਇਸ ਕਰਕੇ ਲੋਕ ਉਹਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਕਹਿੰਦੇ ਜੀ। ਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਜਿਹੜੀ ਮਹਿਰਾ ਬਰਾਦਰੀ ਸੀ, ਉਹਨਾਂ ਨੂੰ ਲੱਗਿਆ ਕਿ ਸਾਡਾ ਇਤਿਹਾਸ ਆ, ਸਾਡੇ ਬਰਾਦਰੀ ਨਾਲ ਜੁੜਿਆ ਹੋਇਆ ਤੇ ਗੁਰੂ ਘਰ ਦੀ ਸੇਵਾ ਕੀਤੀ ਹੈ। ਉਹਨਾਂ ਨੇ ਉੱਥੇ SGPC ਨਾਲ ਮਿਲ ਕੇ ਬਾਬਾ ਮੋਤੀ ਰਾਮ ਮਹਿਰਾ ਟਰਸਟ ਦੀ ਇੱਕ ਜ਼ਮੀਨ ਜਿਹੜੀ ਆ ਉਹ ਲੈ ਲਈ SGPC ਤੋਂ, ਤੇ ਉੱਥੇ ਇੱਕ ਬੁੰਗਾ ਜਾਂ ਧਰਮਸ਼ਾਲਾ ਜਿਹਦਾ ਦਰਬਾਰ ਸਾਹਿਬ ਬਣੇ ਹੋਏ ਆ, ਉਹ ਬੁੰਗਾ ਉੱਥੇ ਉਸਾਰ ਲਿਆ। ਮਕਸਦ ਸੀਗਾ ਕਿ ਧਰਮ ਦਾ ਪ੍ਰਚਾਰ, ਬਾਬਾ ਮੋਤੀ ਰਾਮ ਮਹਿਰਾ ਦਾ ਪ੍ਰਚਾਰ, ਜਾਂ ਜਿਹੜੇ ਗਦਰੀ ਸ਼ਹੀਦ ਹੋਏ ਆ ਮਹਿਰਾ ਬਰਾਦਰੀ ਦੇ, ਉਹਨਾਂ ਬਾਰੇ ਕੋਈ ਕਿਤਾਬਾਂ ਲਿਖਣੀਆਂ ਜਾਂ ਇਸ ਤਰ੍ਹਾਂ ਦਾ ਕੰਮ ਕਰਨਾ। ਤੇ ਨਾਲ ਦੀ ਨਾਲ ਸ਼ਾਇਦ ਇਹ ਵੀ ਸੀਗਾ ਵੀ ਇਹਦਾ ਦੱਸਣਾ ਕਿ ਬਾਬਾ ਮੋਤੀ ਰਾਮ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਜੇ ਰੋਟੀ ਖਵਾਈ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਹਾਂ ਬਿਲਕੁਲ ਜੀ, ਇਹੀ ਪ੍ਰਚਾਰ ਕਰਨਾ ਸੀਗਾ। ਤੇ ਉਹਦੇ ਲਈ ਇੱਕ ਸਮਾਜ ਸੇਵੀ ਸੰਸਥਾ ਰਜਿਸਟਰ ਕਰਾਈ। ਸੰਸਥਾ ਜਿੱਦਾਂ ਆਪਾਂ ਪਿੰਡਾਂ ਦੇ ਕਲੱਬ ਰਜਿਸਟਰ ਕਰਾ ਲੈਣੇ ਜਾਂ ਮੰਦਰ ਕਮੇਟੀ ਰਜਿਸਟਰ ਕਰਾ ਲੈਣੇ, ਉਦੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਤੇ ਮੈਮੋਰੀਅਲ ਟਰਸਟ ਨਾਮ ਦੀ ਸੰਸਥਾ ਰਜਿਸਟਰ ਕਰਾਈ। ਉਹਦੇ ਵਿੱਚ ਕਿਉਂਕਿ ਸੇਵਾ ਕਰਨੀ ਹੁੰਦੀ ਆ, 8-10 ਬੰਦੇ ਚੁਣੇ ਜਾਂਦੇ ਆ। ਮੇਨ ਇਹਨਾਂ ਦਾ ਮੁਖੀ ਜਿਹਨੂੰ ਪ੍ਰਧਾਨ ਕਹਿੰਦੇ ਆਪਾਂ, ਉਹ ਪ੍ਰਧਾਨ ਨਹੀਂ, ਚੇਅਰਮੈਨ ਨੂੰ ਪ੍ਰਧਾਨਗੀ ਪਾਵਰਾਂ ਦਿੱਤੀਆਂ ਗਈਆਂ ਜੀ। ਬਹੁਤੀ ਵਾਰ ਇਹ ਹੁੰਦਾ ਕਿ ਚੇਅਰਮੈਨ ਨੂੰ ਕਹਿਣ ਤੂੰ ਆਪਣੀ ਟੀਮ ਚੁਣ ਲੈ ਜੀ, ਸੇਵਾ ਕਰਨੀ ਹੈ ਇੱਥੇ, ਕਿਉਂਕਿ ਬਹੁਤੀ ਆਮਦਨ ਹੈ ਨਹੀਂ ਸੀ ਜੀ। ਪਰ ਹੋਇਆ ਕਿ 5 ਸਾਲ ਪਹਿਲੇ ਇੱਕ ਲੁਧਿਆਣੇ ਦਾ ਪ੍ਰਾਪਰਟੀ ਡੀਲਰ ਜਿਹਦਾ ਨਾਮ ਹੈ ਨਿਰਮਲ ਸਿੰਘ SS, ਉਹ ਬਾਅਦ ਚ ਮੈਂ ਹੋਰ ਖੁਲਾਸੇ ਕਰਾਂਗਾ, ਲੁਧਿਆਣੇ 'ਚ ਇੱਕ ਲੋਹ ਲੰਗਰ ਸਕੈਮ ਹੋਇਆ ਕਈ ਹਜ਼ਾਰ ਕਰੋੜ ਦਾ, ਗੁਰਦੁਆਰੇ ਦੇ ਲੰਗਰਾਂ ਦਾ ਸਕੈਮ। ਇਹ ਉਸ ਸਕੈਮ 'ਚ ਵੀ ਇਨਵੋਲਵ ਹੈ।
ਜੀ। ਤੇ ਇਹ ਮੈਨੂੰ ਸਾਰਾ ਬਾਅਦ ਚ ਹੀ ਪਤਾ ਲੱਗਿਆ। ਤੇ ਇਹ ਜਦੋਂ ਚੁਣਿਆ ਗਿਆ ਚੇਅਰਮੈਨ, ਫਿਰ ਇਹਨੇ ਕੁਝ ਪ੍ਰਾਪਰਟੀ ਡੀਲਰ ਆਪਣੇ ਨਾਲ ਦੇ ਉਸ ਟਰਸਟ ਦੇ ਵਿੱਚ ਮੈਂਬਰ ਦੇ ਤੌਰ ਤੇ ਸ਼ਾਮਲ ਕਰਕੇ ਉਹਨਾਂ ਨੂੰ ਅਹੁਦੇ ਦੇ ਦਿੱਤੇ ਤੇ ਚੁਣਿਆ ਗਿਆ ਸੀ 2 ਸਾਲਾਂ ਲਈ। 5 ਸਾਲ ਤੋਂ ਉੱਪਰ ਹੋ ਗਏ ਜੀ। ਅੱਜ ਤੋਂ 1 ਸਾਲ ਪਹਿਲੇ ਇਹਨੇ ਚੋਣ ਰੱਖ ਲਈ, ਫਿਰ ਇਜਲਾਸ ਬੁਲਾ ਲਿਆ। ਇਜਲਾਸ ਬੁਲਾਉਣ ਤੱਕ ਬਹੁਤ ਸਾਰੇ ਲੋਕ ਇਹਦੇ ਘਪਲਿਆਂ ਦੀ ਗੱਲ ਕਰਦੇ ਰਹੇ ਆ, ਕਹਿੰਦੇ ਜਿਵੇਂ ਲੰਗਰ ਦੇ ਵਿੱਚ ਘਪਲੇ ਕੀਤੇ ਆ, ਗੁਰੂ ਦੀ ਗੋਲਕ ਦੇ ਵਿੱਚ ਘਪਲੇ ਕੀਤੇ ਆ, ਚੜਾਵੇ 'ਚ ਘਪਲੇ ਕੀਤੇ ਆ। ਤੇ ਬਾਅਦ ਚ ਪਤਾ ਲੱਗਿਆ ਇਹ ਅਕਾਲੀ ਦਲ ਦਾ ਪਛੜੀ ਸ਼੍ਰੇਣੀ ਦਾ ਉਪ ਪ੍ਰਧਾਨ ਵੀ ਰਿਹਾ, ਚੇਅਰਮੈਨ ਉਪ ਚੇਅਰਮੈਨ ਵੀ ਰਿਹਾ ਜੀ। ਤੇ ਉਦੋਂ ਇਹ ਕਾਬੂ ਨਹੀਂ ਆ ਰਿਹਾ ਸੀ। ਲੇਕਿਨ ਪਿਛਲੇ ਸਾਲ ਮਈ ਦੇ ਵਿੱਚ ਜਦੋਂ ਚੋਣਾਂ ਰੱਖ ਲਈਆਂ ਤਾਂ ਉੱਥੇ ਚੋਣਾਂ ਦੇ ਸਮੇਂ ਇਜਲਾਸ ਦੇ ਵਿੱਚ ਹੰਗਾਮਾ ਹੋ ਗਿਆ, ਜਦੋਂ ਨਿਰਮਲ ਸਿੰਘ ਐਸਐਸ ਨੇ ਆਪਣੀ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ। ਰਿਪੋਰਟ ਦੇ ਵਿੱਚ ਲਿਖਿਆ ਕਿ ਮੈਂ ਟਰਸਟ ਦੇ ਨਾਮ ਇੱਕ ਜ਼ਮੀਨ ਖਰੀਦੀ ਹੈ, ਲਗਭਗ 5 ਕਨਾਲ, ਜਿਹੜੀ 42 ਲੱਖ ਰੁਪਏ ਤੋਂ ਥੋੜੀ ਵੱਧ ਹੈਗੀ ਹੈ ਜੀ। ਪਰ ਉਸੇ ਸਮੇਂ ਜਿਹੜੀ ਸੰਗਤ ਦੇ ਵਿੱਚ ਇੱਕ ਮੈਗਜ਼ੀਨ ਵੰਡੀ ਗਈ ਹੈ ਟਰਸਟ ਦੀ, ਅਸੀਂ ਉਹਨੂੰ ਜੰਤਰੀ ਕਹਿੰਦੇ ਹਾਂ, ਜੰਤਰੀ ਦੇ ਵਿੱਚ ਲਿਖਿਆ ਗਿਆ ਜ਼ਮੀਨ ਤਾਂ 60 ਲੱਖ ਰੁਪਏ ਦੀ ਖਰੀਦੀ ਹੈ। ਪਰ ਨਾਲ ਲੱਗਦੀ ਇੱਕ ਕਿਸੇ ਨੇ ਬਿਆਨਾ ਲਿਆਂਦਾ, ਉਹ ਬਿਆਨਾ ਜਾਲੀ ਸੀਗਾ। ਬਿਆਨੇ ਦੇ ਵਿੱਚ ਸ਼ਰਤਾਂ, ਕੀਮਤ ਜਿਸ ਤਰੀਕੇ ਨਾਲ ਲਿਖੀ ਸੀ ਪਤਾ ਲੱਗਦਾ ਜਾਲੀ ਬਿਆਨਾ। ਉਹਦੇ ਵਿੱਚ ਲਿਖਿਆ ਹੋਇਆ ਸੀ ਕਿ 92,000 ਰੁਪਏ ਵਿਸਵੇ ਦੇ ਹਿਸਾਬ ਨਾਲ ਜ਼ਮੀਨ ਖਰੀਦੀ, ਜਿਹੜੀ ਬਣਦੀ ਹੈ 52-53 ਲੱਖ ਰੁਪਏ ਦੀ। ਪਰ ਜਦੋਂ ਰਜਿਸਟਰੀ ਸਾਡੇ ਹੱਥ ਲੱਗੀ ਤਾਂ ਰਜਿਸਟਰੀ ਸਿਰਫ 29 ਲੱਖ ਰੁਪਏ ਦੀ ਹੈ। ਹੁਣ ਨਾ ਤਾਂ ਕੋਈ ਟਰਸਟ ਨੇ ਕੋਈ ਮਤਾ ਪਾਇਆ ਕਿ ਅਸੀਂ ਕੋਈ ਜ਼ਮੀਨ ਲੈਣੀ ਹੈ, ਉਹਦੀ ਕੀਮਤ ਕਿੰਨੀ ਹੋਏਗੀ, ਨਾ ਇਹ ਲਿਖਿਆ ਕਿਸੇ ਨੇ ਕਿ ਜ਼ਮੀਨ ਅਸੀਂ ਟੈਕਸ ਚੋਰੀ ਕਰਕੇ ਵੱਧ ਦੀ ਖਰੀਦਾਂਗੇ ਤੇ ਘੱਟ ਦੀ ਦਿਖਾਵਾਂਗੇ, ਏਦਾਂ ਕੁਝ ਨਹੀਂ ਸੀਗਾ। ਇਹਨੇ ਚੋਰੀ ਜਿਹੜੇ 50-60 ਲੱਖ ਰੁਪਏ ਜਦੋਂ ਚੁਣਿਆ ਗਿਆ ਸੀ ਪਿਆ ਸੀ, ਉਹਨੂੰ ਹੜੱਪਣ ਵਾਸਤੇ ਇਹ ਗੇਮ ਬਣਾ ਲਈ ਕਿਸੇ ਹੋਰ ਪ੍ਰਾਪਰਟੀ ਡੀਲਰ ਨਾਲ ਮਿਲ ਕੇ। 29 ਲੱਖ। ਸਤਨਾਮ ਜੀ, ਇੱਥੇ ਇੱਕ ਸਵਾਲ ਆਉਂਦਾ ਹੈ। ਦੇਖੋ, ਐਸਜੀਪੀਸੀ ਨੇ ਇਹ ਸਾਰੀ ਜ਼ਮੀਨ ਦਾਨ ਦਿੱਤੀ ਕਿਉਂਕਿ ਗੁਰਦੁਆਰਾ ਸਾਹਿਬ ਉੱਥੇ ਬਣੇ ਹੈ, ਤੇ ਕੀ ਐਸਜੀਪੀਸੀ ਨੇ ਇਹਦੇ ਤੇ ਕੋਈ, ਜਿਵੇਂ 5 ਸਾਲ ਚੋਣਾਂ ਨਹੀਂ ਹੋਣ ਦਿੱਤੀਆਂ, ਇਹ ਬੰਦਾ ਉੱਥੇ ਕਾਬਜ਼ ਹੋ ਕੇ ਬੈਠ ਗਿਆ, ਕੋਈ ਐਸਜੀਪੀਸੀ ਨੇ ਵੀ ਕੋਈ ਸੰਗਿਆਨ ਨਹੀਂ ਲਿਆ ਵੀ ਇਹਨੂੰ ਖਾਲੀ ਕਰਾਉਣ ਵਾਸਤੇ ਜਾਂ ਇਹਨੂੰ ਲਾਉਣ ਵਾਸਤੇ, ਜਾਂ ਇੱਥੇ ਬਹਿ ਕੇ ਘਪਲੇ ਹੋ ਰਹੇ ਆ ਵੀ ਕਰਨਾ ਤਾਂ ਕੰਮ ਸੀ ਪ੍ਰਚਾਰ ਪ੍ਰਸਾਰ ਦਾ, ਇਹ ਆਪੇ ਹੀ ਉੱਥੇ 5 ਸਾਲਾਂ ਤੋਂ ਉੱਥੇ ਬਹਿ ਗਿਆ ਸੀਗਾ? ਇਹ ਸਾਨੂੰ ਲੱਗਿਆ ਪਹਿਲੇ ਟਰਸਟ ਬਣਨ ਲੱਗੇ ਵੀ ਇੰਟਰਨਲ ਮਾਮਲਾ ਅਸੀਂ ਮਿਲ ਬੈਠ ਕੇ ਠੀਕ ਕਰ ਲਾਂਗੇ। ਐਸਜੀਪੀਸੀ ਤਾਂ ਕਹਿੰਦੇ ਕੋਈ ਮਾਮਲਾ ਗਿਆ ਨਹੀਂ, ਔਰ ਸਾਨੂੰ ਲੱਗਦਾ ਵੀ ਟਰਸਟ ਵਾਲੇ ਕਰ ਵੀ ਲੈਣਗੇ, ਜਿਹੜੇ ਜੁੜੇ ਹੋਏ ਨਾਲ ਮੈਂਬਰ, ਉਹ ਠੀਕ ਕਰ ਲੈਣਗੇ। ਹੋਇਆ ਕਿ ਇਲੈਕਸ਼ਨ ਰੋਕ ਦਿੱਤੀ ਗਈ ਮੈਂਬਰਾਂ ਵੱਲੋਂ ਤੇ 2 ਮਹੀਨੇ ਦਾ ਟਾਈਮ ਇਹਨੇ ਮੰਗ ਲਿਆ, ਨਿਰਮਲ ਸਿੰਘ ਐਸਐਸ ਨਾਮ ਦੇ ਬੰਦੇ ਨੇ, ਕਿ 2 ਮਿੰਟ 'ਚ ਮੈਂ ਪੂਰਾ ਹਿਸਾਬ ਤਾਂ ਤੁਹਾਨੂੰ ਦੇ ਦਾਂਗਾ। ਤੇ ਫਿਰ ਇੱਕ 3 ਮੈਂਬਰੀ ਪੜਤਾਲ ਕਮੇਟੀ ਬਣਾਈ ਗਈ, ਉਹਦੇ ਵਿੱਚ ਬਲਵੀਰ ਸਿੰਘ ਚੰਡੀਗੜ੍ਹ ਨੂੰ ਮੁਖੀ ਬਣਾਇਆ ਗਿਆ ਕਿ ਉਹ ਇਹਦੇ ਨਾਲ ਤਾਲਮੇਲ ਕਰਕੇ ਰਿਕਾਰਡ ਚੈੱਕ ਕਰੇਗਾ, ਕਿਤੇ ਕੋਈ ਗਲਤੀ ਹੈ ਜਾਂ ਘਪਲਾ ਹੈ। ਔਰ ਸਾਨੂੰ ਇਹ ਵੀ ਸੀ ਵੀ ਥੋੜਾ ਪ੍ਰੈਸ ਦੇ ਵਿੱਚ ਆ ਕੇ ਜਿਹੜਾ ਗੁਰੂ ਘਰ ਦਾ ਨੁਕਸਾਨ ਕੀਤਾ, ਠੱਗੀ ਮਾਰੀ ਹੈ, ਉਹ ਪੈਸੇ ਵਾਪਸ ਕਰ ਦੇਗਾ। ਤੇ ਉਦੋਂ ਫਿਰ ਰਿਕਾਰਡ ਦਿਖਾਉਣ ਨੂੰ ਇਹਨੇ ਕੋਆਪਰੇਟ ਨਹੀਂ ਕੀਤਾ, ਮਨਾ ਕਰਤਾ। ਪਰ ਨਿਰਮਲ ਸਿੰਘ, ਜਿਹੜੇ ਬਲਵੀਰ ਸਿੰਘ ਸੀਗੇ ਕਮੇਟੀ ਮੈਂਬਰ, ਜਿਹੜੇ ਪੜਤਾਲ ਕਮੇਟੀ ਦੇ ਪ੍ਰਧਾਨ, ਉਹਨੇ ਕੁਛ ਜਿਹੜਾ ਰਿਕਾਰਡ ਦੇਖਿਆ, ਉਹ ਰਿਕਾਰਡ ਦੇ ਵਿੱਚ ਸਾਨੂੰ ਸਾਰਾ ਘਪਲਾ ਸਮਝ ਆਇਆ ਕਿ ਇਹਨੇ ਲੰਗਰਾਂ 'ਚ ਵੀ ਘਪਲੇ ਕੀਤੇ ਆ, ਗੁਰੂ ਚੜਾਵੇ 'ਚ ਵੀ ਘਪਲੇ ਕੀਤੇ ਆ, ਜਿਹੜੀ ਕੋਈ ਦੇਸ਼ੀ ਵਿਦੇਸ਼ੀ ਡੋਨੇਸ਼ਨ ਆਉਂਦੀ ਹੈ ਉਹਦੇ ਵਿੱਚ ਵੀ ਘਪਲੇ ਕੀਤੇ ਆ। ਫਿਰ ਸਾਨੂੰ ਲੱਗਿਆ ਕਿ ਇੱਕ ਪੁਲਿਸ ਦਾ ਡਰਾਵਾ ਦੇ ਕੇ ਦੇਖੀਏ ਜੀ। ਮੈਂ ਕਿਉਂਕਿ ਟਰਸਟ ਦਾ ਉਸ ਤਰ੍ਹਾਂ ਦਾ ਬਹੁਤ ਪੁਰਾਣਾ ਮੈਂਬਰ ਨਹੀਂ, ਮੇਰੇ ਵੱਲੋਂ ਨਿੱਜੀ ਤੌਰ ਤੇ ਐਸਐਸਪੀ ਨੂੰ, ਫਤਿਹਗੜ੍ਹ ਸਾਹਿਬ ਨੂੰ, ਡਿਪਟੀ ਕਮਿਸ਼ਨਰ ਨੂੰ ਤੇ ਮੁੱਖ ਮੰਤਰੀ ਨੂੰ ਉਦੋਂ ਕੰਪਲੇਂਟ ਕਰ ਦਿੱਤੀ ਗਈ ਸੀ, ਜੋ ਸਾਡੇ ਰਿਕਾਰਡ ਸਾਹਮਣੇ ਹੈ ਕਿ ਇਹਨੇ ਇਹਦਾ ਟਰਸਟ ਨਾਲ ਠੱਗੀ ਮਾਰੀ, ਇਸ ਤੇ ਠੱਗੀ ਦਾ ਪਰਚਾ ਦਰਜ ਕੀਤਾ ਜਾਵੇ। ਕਦੋਂ ਕੰਪਲੇਂਟ ਕੀਤੀ ਸੀ ਤੁਸੀਂ? ਇਹ ਜੁਲਾਈ 2022 ਦੇ ਵਿੱਚ। ਅੱਛਾ, ਇਹੋ ਹੀ ਸਰਕਾਰ ਸੀ, ਆਮ ਆਦਮੀ ਪਾਰਟੀ ਦੀ ਹੀ ਸਰਕਾਰ ਸੀ ਉਦੋਂ? ਹਾਂਜੀ। ਤੇ ਮੈਂ ਸਿਰਫ ਡਰਾਉਣ ਵਾਸਤੇ ਵੀ ਚਲੋ ਪ੍ਰੈਸ਼ਰ ਬਣ ਜਾਏਗਾ, ਇਹ ਜਿਹੜਾ ਗੁਰੂ ਘਰ ਦਾ ਨੁਕਸਾਨ ਕੀਤਾ ਉਹ ਪੈਸੇ ਪੂਰੇ ਕਰ ਦੇਗਾ, ਪਰ ਇਹ ਮੰਨਿਆ ਨਹੀਂ। ਤੇ ਉਸ ਤੋਂ ਬਾਅਦ ਫਿਰ ਜਿਹੜੀ ਪੜਤਾਲ ਕਮੇਟੀ ਹੈ, ਪੜਤਾਲ ਕਮੇਟੀ ਦੇ ਮੁਖੀ ਨੇ ਵੀ ਮੇਰੀ ਕੰਪਲੇਂਟ ਤੋਂ 1.5-2 ਮਹੀਨੇ ਬਾਅਦ ਸੇਮ ਕੰਪਲੇਂਟ ਕਰ ਦਿੱਤੀ, ਸੀਐਮ ਨੂੰ, ਐਸਐਸਪੀ ਸਾਹਿਬ ਨੂੰ, ਫਤਿਹਗੜ੍ਹ ਸਾਹਿਬ ਦੇ ਰਵਜੋਤ ਗਰੇਵਾਲ ਜੀ ਤੇ ਡਿਪਟੀ ਕਮਿਸ਼ਨਰ ਨੂੰ ਵੀ ਅਸੀਂ ਕੰਪਲੇਂਟ ਕਰ ਦਿੱਤੀ ਜੀ। ਤੇ ਹੋਇਆ ਕਿ ਲੰਬੀ ਪੜਤਾਲ ਚੱਲ ਰਹੀ ਕਿ ਕੋਈ ਬੰਦਾ ਪੋਲੀਟੀਕਲ ਹੈ, ਪੈਸੇ ਵਾਲਾ ਹੈ, ਪ੍ਰਾਪਰਟੀ ਡੀਲਰ ਹੈ, ਇਹ ਬੜੀ ਗੇਮ ਬਣਾ ਕੇ ਪੜਤਾਲ ਨੂੰ ਲਟਕਾਉਂਦਾ ਰਿਹਾ। ਅਖੀਰ ਨਵੰਬਰ ਦੇ ਵਿੱਚ, ਨਵੰਬਰ 2022 ਚ ਜਿਹੜੇ ਆਈਓ ਹੈ, ਪੜਤਾਲ ਅਫਸਰ ਹੈ, ਡੀਐਸਪੀ ਗੁਰਵੰਤ ਸਿੰਘ ਬੈਂਸ ਹੈ, ਉਹਨਾਂ ਨੇ ਮੇਰੇ ਨਾਲ ਮੀਟਿੰਗ ਕੀਤੀ। ਬਹੁਤ ਸਾਰੀਆਂ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ। ਉਹਨੇ ਕਿਹਾ ਵੀ ਠੀਕ ਹੈ, ਜੋ ਤੁਸੀਂ ਦੱਸਿਆ, ਜੋ ਸਬੂਤ ਦਿੱਤੇ ਹੈ, ਉਹਦੇ ਮੁਤਾਬਕ ਠੱਗੀ ਇਹਨੇ ਕੀਤੀ ਹੈ ਤੇ ਠੱਗੀ ਦਾ ਤੇ ਪਰਚਾ ਦਰਜ ਹੋਏਗਾ। ਨਾਲ ਉਹਨੇ ਇਹ ਵੀ ਕਿਹਾ ਕਿ ਇਹਨੇ ਟਰਸਟ ਦੇ ਖਾਤਿਆਂ ਵਿੱਚੋਂ 25-30 ਲੱਖ ਰੁਪਏ ਕੈਸ਼ ਕਢਾਇਆ, ਜਿਹੜਾ ਕਰੋਨਾ ਕਾਲ ਦੇ ਵਿੱਚ ਕਢਵਾ ਨਹੀਂ ਸਕਦੇ ਸੀ, ਤੇ ਇਹਦੇ ਤੇ ਠੱਗੀ ਦਾ ਪਰਚਾ ਦਰਜ ਹੋਏਗਾ। ਸਾਨੂੰ ਲੱਗਿਆ ਵੀ ਚਲੋ ਠੱਗੀ ਦੇ ਪਰਚੇ ਦੇ ਪ੍ਰੈਸ਼ਰ ਦੇ ਵਿੱਚ ਸਮਝੌਤਾ ਕਰਕੇ ਪੈਸਾ ਵਾਪਸ ਕਰ ਦੇਗਾ ਟਰਸਟ ਦਾ, ਜਾਂ ਫਿਰ ਪਰਚਾ ਹੋ ਜਾਏਗਾ। ਹੋਇਆ ਕਿ ਪੁਲਿਸ ਫਿਰ ਜਦੋਂ ਇਹ ਠੱਗੀ ਦਾ ਪਰਚਾ ਦਰਜ ਹੋਣ ਲੱਗਾ ਤਾਂ ਨਿਰਮਲ ਸਿੰਘ ਐਸਐਸ ਬੀਜੇਪੀ ਪਾਰਟੀ ਜੁਆਇਨ ਕਰ ਗਿਆ ਜੀ। ਤਾਂ ਜਿਹੜੇ ਪ੍ਰਧਾਨ ਹੈ ਬੀਜੇਪੀ ਦੇ, ਉਹਨਾਂ ਨੇ ਇਹਨੂੰ ਜੁਆਇਨ ਕਰਾਇਆ। ਇਹਦੀ ਨੂੰਹ ਵੀ ਲੁਧਿਆਣੇ ਤੋਂ ਕਾਉਂਸਲਰ ਹੈ ਬੀਜੇਪੀ ਦੀ।
ਤੇ ਉਹ ਬੀਜੇਪੀ ਦੇ ਪ੍ਰੈਸ਼ਰ ਦੇ ਵਿੱਚ, ਕਿਉਂਕਿ ਬੀਜੇਪੀ ਨੂੰ ਲੱਗਦਾ ਕਿ ਜਿਹੜੀ ਪ੍ਰਵਾਸੀ ਵੋਟ ਹੈਗੀ ਹੈ ਲੁਧਿਆਣੇ 'ਚ, ਉੱਥੇ ਬੀਜੇਪੀ ਦੀ ਜੜ੍ਹਾਂ ਮਜ਼ਬੂਤ ਹੋਣਗੀਆਂ। ਇਸ ਕਰਕੇ ਬੀਜੇਪੀ ਦੇ ਵੱਡੇ ਨੇਤਾ ਇਹਦੀ ਸਪੋਰਟ ਤੇ ਆ ਗਏ ਤੇ ਪੁਲਿਸ ਦੀ ਕੋਈ ਹਿੰਮਤ। ਸਤਨਾਮ ਜੀ, ਮੇਰਾ ਇੱਕ ਸਵਾਲ ਹੈ, ਸ਼ਾਇਦ ਕਨੈਕਸ਼ਨ ਟੁੱਟ ਰਿਹਾ ਹੈ। ਸਤਨਾਮ ਜੀ, ਤੁਸੀਂ ਸੁਣ ਪਾ ਰਹੇ ਮੈਨੂੰ? ਨਹੀਂ ਹੋਈ ਪਰਚਾ ਦਰਜ ਕਰਨ ਦੀ, ਪਰ ਦਸੰਬਰ ਦੇ ਨੇ ਸਾਡੇ ਟਰਸਟ ਦੇ ਬੰਦੇ ਨਾਲ ਤੇ ਮੇਰੇ ਨਾਲ ਮੀਟਿੰਗ ਕਰਕੇ ਸਾਡੇ ਕੋਲ ਬੇਨਤੀ ਕੀਤੀ ਕਿ ਜੀ ਹਾਂਜੀ ਹਾਂ ਸੁਣ ਰਿਹਾ ਜੀ ਮੈਂ। ਸਤਨਾਮ ਜੀ, ਆਵਾਜ਼ ਅੱਛਾ ਤੁਹਾਡੀ ਹਾਂ ਆਵਾਜ਼, ਆਵਾਜ਼ ਹਾਂ ਕਨੈਕਸ਼ਨ ਟੁੱਟ ਗਿਆ ਸੀਗਾ। ਅੱਛਾ ਸਤਨਾਮ ਜੀ, ਤੁਸੀਂ ਦੇਖੋ ਹੁਣ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਵੀ ਕਿਸੇ ਵੀ ਭ੍ਰਸ਼ਟ ਬੰਦੇ ਨੂੰ ਛੱਡਿਆ ਨਹੀਂ ਜਾਏਗਾ। ਹੁਣ ਪ੍ਰਾਪਰਟੀ ਡੀਲਰ ਆ, ਬਹੁਤ ਸਾਰੇ ਸਕੈਮ ਐਸੇ ਮੈਂ ਦੇਖੇ ਜਿਹੜੇ ਤੁਸੀਂ ਵੀ ਕੱਢੇ ਸੀਗੇ ਵੀ ਉਹ ਕਿਤੇ ਨਾ ਕਿਤੇ ਪ੍ਰਾਪਰਟੀ ਡੀਲਰ ਇਨਵੋਲਵ ਹੁੰਦੇ ਆ। ਜੇ ਅਮਰੂਦਾਂ ਦੇ ਬਾਗਾਂ ਦੀ ਗੱਲ ਕਰੀਏ, ਵੈਸੇ ਤਾਂ ਇਹਦੇ ਨਾਲ ਮਸਲਾ ਨਹੀਂ ਹੈ, ਉੱਥੇ ਵੀ ਇੱਕ ਪ੍ਰਾਪਰਟੀ ਡੀਲਰ ਹੀ ਸਾਰਾ ਇਹ ਕੰਮ ਰਚਦਾ ਹੈ ਵੀ। ਹੁਣ ਜਦੋਂ ਸਾਹਮਣੇ ਕਪਲਾ ਆ ਗਿਆ, ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਭਾਵੇਂ ਇਹ ਬੀਜੇਪੀ ਜੁਆਇਨ ਕਰ ਗਿਆ, ਤੇ ਹੁਣ ਜਦੋਂ ਪੁਲਿਸ ਨੂੰ ਵੀ ਪਤਾ ਕਿ ਇਹਨੇ ਬੰਦੇ ਨੇ ਕਪਲਾ ਕੀਤਾ, ਤੇ ਕਿੱਥੇ ਹੁਣ ਪੇਚ ਫਸਿਆ, ਕਿੱਥੇ ਹੋਇਆ? ਦੇਖੋ, ਜੇ ਮੈਂ ਸਰਕਾਰ ਦੀ ਗੱਲ ਕਰਾਂ, ਇੱਕ ਕੈਬਨਿਟ ਮਿਨਿਸਟਰ ਦੇ ਕੋਲ ਇਹ ਮਾਮਲਾ ਰੱਖਿਆ। ਕੈਬਨਿਟ ਮਿਨਿਸਟਰ ਨੇ ਖੁਦ ਫੋਨ ਕੀਤਾ ਐਸਐਸਪੀ ਨੂੰ, ਤੇ ਜਿਹੜਾ ਆਈਓ ਹੈ ਡੀਐਸਪੀ ਉਹਨੂੰ ਵੀ ਫੋਨ ਕੀਤਾ, ਤੇ ਕੈਬਨਿਟ ਮਿਨਿਸਟਰ ਨੇ ਇੱਕ ਲੈਟਰ ਪੈਡ ਤੇ ਲਿਖ ਕੇ ਸੇਮ ਭਗਵੰਤ ਮਾਨ ਮੁੱਖ ਮੰਤਰੀ ਨੂੰ ਵੀ ਰੈਫਰ ਕੀਤੀ ਹੈ ਕਿ ਇਹ ਕਪਲਾ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। 2 ਐਮਐਲਏ ਆ, ਐਮਐਲਏ ਨੇ ਵੀ ਜਿਹੜੀ ਗੱਲਬਾਤ ਕੀਤੀ ਹੈ ਪੁਲਿਸ ਨਾਲ, ਉਹਨਾਂ ਦੀ ਵੀ ਨਹੀਂ ਚੱਲੀ। ਇੱਕ ਡਿਪਟੀ ਸਪੀਕਰ ਹੈ ਵਿਧਾਨ ਸਭਾ ਦੇ ਮਿਸਟਰ ਰੋੜੀ, ਉਹਨਾਂ ਨੇ ਵੀ ਐਸਐਸਪੀ ਨਾਲ ਗੱਲ ਕੀਤੀ ਸਾਡੀ ਮੀਟਿੰਗਾਂ ਤੋਂ ਬਾਅਦ। ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਪੁਲਿਸ ਪੂਰੇ ਦਬਾਅ ਦੇ ਵਿੱਚ ਹੈ ਤੇ ਪਰਚਾ ਦਰਜ ਨਹੀਂ ਕਰ ਰਹੀ। ਉਲਟਾ ਹੁਣ ਜਦੋਂ ਛੁੱਟੀਆਂ ਹੋ ਗਈਆਂ ਅਦਾਲਤਾਂ ਨੂੰ, ਤਾਂ ਪੁਲਿਸ ਨਾਲ ਮਿਲ ਕੇ 25 ਜੂਨ ਨੂੰ ਮੁੜ ਚੋਣਾਂ ਕਰਾਉਣ ਦਾ ਐਲਾਨ ਕਰਤਾ। ਤੇ ਉਸੇ ਦਰਮਿਆਨ ਜਿਹੜੇ ਟਰਸਟ ਦੇ ਪੁਰਾਣੇ 5 ਸਾਲ ਪੁਰਾਣੇ ਮੈਂਬਰ ਹੁੰਦੇ ਆ, ਉਹ ਵੋਟਰ ਬਣ ਕੇ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਆ, ਵੋਟ ਪਾ ਸਕਦੇ ਆ। ਪਰ ਪੁਲਿਸ ਨਾਲ ਮਿਲ ਕੇ ਜਿਹੜਾ ਨਿਰਮਲ ਸਿੰਘ ਐਸਐਸ ਨਾਮ ਦਾ ਬੰਦਾ ਹੈ, ਜਿਹੜਾ ਚੇਅਰਮੈਨ ਸੀ, ਉਹਨੇ ਕੁਝ ਹਜ਼ਾਰ ਮਤਲਬ 3600 ਵੋਟਾਂ ਜਾਲੀ ਬਣਾ ਲਈਆਂ ਤੇ ਉਹਦੇ ਆਧਾਰ ਤੇ ਹੁਣ ਕਬਜ਼ਾ ਕਰਨ ਲੱਗੇ ਆ। ਅਸੀਂ ਫਿਰ ਮੁੜ ਕੇ ਹੁਣ ਪੁਲਿਸ ਨੂੰ ਕੰਪਲੇਂਟ ਕੀਤੀ ਹੈ, ਸੀਐਮ ਨੂੰ ਕੰਪਲੇਂਟ ਕੀਤੀ ਹੈ ਕਿ ਠੱਗੀ ਦਾ ਪਰਚਾ ਦਰਜ ਕਰ ਦਿਓ। ਜੇ ਨਹੀਂ ਕਰੋਗੇ ਤਾਂ ਅਸੀਂ ਹਾਈ ਕੋਰਟ 'ਚ ਵੀ ਕੇਸ ਫਾਈਲ ਕਰ ਦਿੱਤਾ। ਥੋੜੇ ਦਿਨ 'ਚ ਉਹਦੀ ਸੁਣਵਾਈ ਹੋਣ ਦੀ ਤਿਆਰੀ ਹੈ। ਸਤਨਾਮ ਜੀ, ਤੁਹਾਨੂੰ ਕੀ ਲੱਗਦਾ ਵੀ ਕੇਵਲ ਤੇ ਕੇਵਲ ਇਹ ਪੋਲੀਟੀਕਲ ਪ੍ਰੈਸ਼ਰ ਹੈ, ਇਸ ਕਰਕੇ ਪਰਚਾ ਦਰਜ ਨਹੀਂ ਹੋ ਰਿਹਾ, ਜਾਂ ਇਨਕੁਆਇਰੀ ਹੋ ਚੁੱਕੀ ਹੈ, ਇਹਦੀ ਇਨਕੁਆਇਰੀ ਹੋਣੀ ਬਾਕੀ ਹੈ? ਮਤਲਬ ਕਿੱਥੇ ਪੇਚ ਫਸਿਆ, ਕਿੱਥੇ ਆ? ਦੇਖੋ, ਇਨਕੁਆਇਰੀ ਦੇ ਵਿੱਚ ਤਾਂ ਦੋਸ਼ੀ ਹੈ, ਪਰ ਹੁਣ ਪੁਲਿਸ ਤੇ ਪੋਲੀਟੀਕਲ ਪ੍ਰੈਸ਼ਰ ਹੈ ਬੀਜੇਪੀ ਦਾ। ਇਸ ਕਰਕੇ ਪੁਲਿਸ ਠੱਗੀ ਦੇ ਮਾਮਲੇ ਨੂੰ ਦੀਵਾਨੀ ਮਾਮਲਾ ਬਣਾ ਕੇ ਡੀਏ ਲੀਗਲ ਨੂੰ ਵੀ ਆਈ ਗਈ ਨਹੀਂ ਦੇ ਰਹੀ, ਤੇ ਮਾਮਲਾ ਡਿਪਟੀ ਕਮਿਸ਼ਨਰ ਕੋਲ ਭੇਜਤਾ। ਦੀਵਾਨੀ ਰਜਿਸਟਰੀ ਦੇ ਘਾਟੇ ਵਾਧੇ ਦਾ ਫਿਰ ਅਸੀਂ ਡੀਸੀ ਨਾਲ ਮੀਟਿੰਗ ਕੀਤੀ, ਤਾਂ ਡਿਪਟੀ ਕਮਿਸ਼ਨਰ ਨੇ ਫਿਰ ਆਬਜੈਕਸ਼ਨ ਲਗਾ ਕੇ ਕ੍ਰਿਮੀਨਲ ਐਂਗਲ ਨਾਲ ਪੜਤਾਲ ਕਰੋ, ਉਹ ਵੀ ਕਰਤਾ। ਪਰ ਜਿਹੜੀ ਅੱਜ ਦੀ ਗੱਲ ਹੈ ਤੇ ਕੱਲ ਦੀ ਗੱਲ ਹੈ, ਮੈਨੂੰ ਫਿਰ ਭਰੋਸਾ ਦਿਵਾਇਆ ਪੁਲਿਸ ਨੇ ਕਿ ਅਸੀਂ ਇਹ ਤੇ ਠੱਗੀ ਦਾ ਪਰਚਾ ਦਰਜ ਕਰ ਰਹੇ ਹਾਂ। ਪਰ ਇਹ ਭਰੋਸਾ ਤਾਂ ਲਗਾਤਾਰ ਪਿਛਲੇ ਸਾਲ ਦਸੰਬਰ ਤੋਂ ਲਗਾਤਾਰ ਪੁਲਿਸ ਦੇ ਰਹੀ ਹੈ, ਸਾਨੂੰ ਲੱਗਦਾ ਨਹੀਂ ਹੈ। ਇਸ ਕਰਕੇ ਅਸੀਂ ਫਿਰ ਤੁਹਾਡੇ ਚੈਨਲ ਰਾਹੀਂ ਵੀ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ, ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਤੇ ਡੀਜੀਪੀ ਸਾਹਿਬ ਨੂੰ ਕਿ ਬਣਦਾ ਠੱਗੀ ਦਾ ਪਰਚਾ ਦਰਜ ਕਰੋ, ਕਿਉਂਕਿ ਸਾਨੂੰ ਇਹ ਲੱਗਦਾ ਮਾਮਲਾ ਧਾਰਮਿਕ ਹੈ। ਪਹਿਲੀ ਵਾਰੀ ਅਸੀਂ ਚੈਨਲ ਤੇ ਗੱਲ ਕਰ ਰਹੇ ਇਸ ਮਾਮਲੇ 'ਚ, ਲੋਕਾਂ 'ਚ ਭੜਕਾਹਟ ਨਾ ਪੈਦਾ ਹੋ ਜਾਏ, ਕੋਈ ਦੰਗੇ ਨਾ ਹੋਣ, ਕੋਈ ਲੜਾਈ ਝਗੜਾ ਨਾ ਹੋ ਜਾਏ, ਕੋਈ ਹਿੰਦੂ ਸਿੱਖਾਂ ਦਾ ਮਾਮਲਾ ਨਾ ਹੋ ਜਾਏ। ਇਸ ਕਰਕੇ ਅਸੀਂ ਕਾਨੂੰਨ ਦੀ ਸ਼ਰਨ ਦੇ ਵਿੱਚ ਗਏ ਸੀਗੇ ਕਿ ਇਹ ਮਾਮਲਾ ਕਾਨੂੰਨ ਮੁਤਾਬਕ ਨਹੀਂ ਦੇਖੋ, ਸਮਾਜਿਕ ਤੌਰ ਤੇ ਦੇਖੋ ਇਹਦੇ 'ਚ ਸਤਨਾਮ ਜੀ ਮੈਨੂੰ ਨਹੀਂ ਲੱਗਦਾ ਕੋਈ ਧਾਰਮਿਕ ਭਾਵਨਾਵਾਂ ਦਾ ਮਾਮਲਾ ਹੈ। ਤੁਸੀਂ ਅਸੀਂ ਕਿਸੇ ਨੂੰ ਉਸ ਤਰ੍ਹਾਂ ਦੀ ਗੱਲ ਵੀ ਨਹੀਂ ਕਰ ਰਹੇ, ਤੇ ਸਿੰਪਲ ਹੈਗਾ ਵੀ ਟਰਸਟ ਬਣਿਆ, ਉੱਥੇ ਟਰਸਟ ਤੇ ਬੰਦਾ ਕਾਬਜ ਹੋ ਗਿਆ। ਜੋ ਤੁਸੀਂ ਕਹਿ ਰਹੇ ਹੋ ਅਕੋਰਡਿੰਗ ਟੂ ਯੂ, ਤੁਸੀਂ ਉਸ ਟਰਸਟ ਦੇ ਮੇਰੇ ਖਿਆਲ ਮੈਂਬਰ ਵੀ ਹੋ ਤੇ ਲੰਬੇ ਸਮੇਂ ਤੋਂ, ਤੇ ਇਹ ਤੁਸੀਂ ਅਫਸਰਾਂ ਦੇ ਧਿਆਨ 'ਚ ਵੀ ਲਿਆਂਦਾ। ਇਸ ਕਰਕੇ ਇਹਦੇ ਵਿੱਚ ਕੋਈ ਧਾਰਮਿਕ ਐਂਗਲ ਇਹਦੇ 'ਚ ਹੈ ਨਹੀਂ। ਮਕਸਦ ਤੇ ਇਹਦੇ 'ਚ ਲੱਗਦਾ ਵੀ ਮਕਸਦ ਲੋਕ ਇਕੱਠੇ ਹੋ ਕੇ ਮਾਮਲਾ ਨਾ ਨਿਪਟਾਣ, ਸਰਕਾਰ ਤੇ ਪੁਲਿਸ ਤੇ ਪ੍ਰਸ਼ਾਸਨ ਨਿਪਟਾ ਦੇ। ਜੇ ਲੋਕ ਕਾਨੂੰਨ ਆਪਣੇ ਹੱਥ 'ਚ ਲੈ ਕੇ ਨਿਪਟਾਣ ਲੱਗ ਪਏ ਤਾਂ ਗੜਬੜ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਕਰਕੇ ਫੂਕ ਕੇ ਕਦਮ ਰੱਖਦੇ ਕਿ ਲੋਕਾਂ ਦੇ ਹੱਥ ਮਾਮਲਾ ਨਾ ਆਵੇ, ਪੁਲਿਸ ਤੇ ਪ੍ਰਸ਼ਾਸਨ ਇਹਨੂੰ ਸਹੀ ਤਰੀਕੇ ਨਾਲ ਮਕਸਦ ਤੇ ਸਤਨਾਮ ਜੀ ਬੇਸਿਕਲੀ ਇੰਨਾ ਹੈ ਕਿ ਜਿਹੜਾ ਉੱਥੇ ਮਠਾਧੀਸ਼ ਬੈਠ ਕੇ ਆ, ਜਿਹੜਾ ਵੀ ਉੱਥੇ ਜੇ ਉਹਨੇ ਕੋਈ ਕਪਲਾ ਕੀਤਾ ਹੈ, ਉਹ ਪੈਸਾ ਜਿਹੜਾ ਉਹ ਟਰਸਟ ਨੂੰ ਵਾਪਸ ਆਵੇ, ਤੇ ਜਿਹਦੇ ਕਰਕੇ ਜਿਹੜੀ ਇਹ ਟਰਸਟ ਬਣਾਈ ਗਈ ਸੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰਸਟ, ਉਹਦੇ ਲਈ ਇਹ ਕੰਮ ਕਰੇ ਵੀ ਧਰਮ ਪ੍ਰਸਾਰ ਦਾ ਕੰਮ ਕਰੇ। ਇਹ ਨਾ ਹੋਵੇ ਕਿ ਕੋਈ ਪੋਲੀਟੀਕਲ ਬੰਦੇ ਉੱਥੇ ਆ ਕੇ ਕਬਜ਼ਾ ਕਰ ਲੈਣ। ਮਕਸਦ ਤੇ ਸਾਡਾ ਇੰਨਾ ਹੀ ਹੈ। ਬਿਲਕੁਲ ਇੰਨਾ ਹੀ। ਜੇ ਪੁਲਿਸ ਨਹੀਂ ਕਰਦੀ ਤੇ ਤੁਸੀਂ ਫਿਰ ਹਾਈ ਕੋਰਟ 'ਚ ਮੂਵ ਕਰ ਜਾਓਗੇ ਇਹਨੂੰ ਲੈ ਕੇ? ਹਾਈ ਕੋਰਟ ਸਾਡੇ ਵੱਲੋਂ ਕੇਸ ਪੂਰੀ ਤਰ੍ਹਾਂ ਤਿਆਰ ਕਰਕੇ ਹਾਈ ਕੋਰਟ ਸਾਡੇ ਵਕੀਲਾਂ ਨੇ ਫਾਈਲ ਕਰ ਦਿੱਤਾ। ਅੱਜ ਦੀ ਤਰੀਕ 'ਚ ਕੁਝ ਆਬਜੈਕਸ਼ਨ ਸੀਗੇ ਜਿਹੜੇ ਕਲੀਅਰ ਕਰਨ ਨੂੰ ਕੁਝ ਦਿਨ ਲੱਗ ਜਾਣਗੇ, ਤੇ ਅਗਲੇ ਹਫ਼ਤੇ ਉਮੀਦ ਹੈ ਸੁਣਵਾਈ ਇਸ ਕੇਸ ਦੀ ਹਾਈ ਕੋਰਟ 'ਚ ਹੋ ਜਾਏਗੀ। ਵੈਸੇ ਇੱਕ ਮੈਂ ਇੱਥੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ, ਹਮੇਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਹਿੰਦੀ ਵੀ ਅਸੀਂ ਬਦਲਾਵ ਲੈ ਕੇ ਆਉਣਾ ਹੈ,
ਤੇ ਬਦਲਾਵ ਦੇ ਨਾਂ ਤੇ ਹੀ ਇਹਨਾਂ ਨੂੰ ਚੁਣਿਆ ਵੀ ਗਿਆ ਸੀਗਾ। ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਤੋਂ ਨਾਰਥ ਵਿਧਾਨ ਸਭਾ ਤੋਂ ਵਿਧਾਇਕ ਨੇ, ਆਮ ਆਦਮੀ ਪਾਰਟੀ ਦੇ ਹੀ ਸਾਬਕਾ ਆਈਪੀਐਸ ਅਧਿਕਾਰੀ ਰਹਿ ਚੁੱਕੇ ਨੇ, ਆਈਜੀ ਰਹਿ ਚੁੱਕੇ। ਉਹ ਕਹਿੰਦੇ ਵੀ ਸਿਸਟਮ ਨਹੀਂ ਬਦਲਿਆ, ਵੀ ਸਿਸਟਮ ਉਦਾਂ ਹੀ ਕੰਮ ਕਰ ਰਿਹਾ, ਵੀ ਜੇ ਉੱਪਰਲੇ ਬੰਦੇ ਉਹੀ ਚਾਹੁੰਦੇ ਆ, ਵੀ ਸਰਕਾਰ ਚਾਹੁੰਦੀ ਹੈ ਵੀ ਇਹ ਪੈਸਾ ਜਿਹੜਾ ਜਿੱਥੇ ਜੇ ਕੋਈ ਵਾਕਈ ਕਪਲਾ ਹੋਇਆ ਤੇ ਪੈਸਾ ਵਾਪਸ ਆਉਣਾ ਚਾਹੀਦਾ, ਤੇ ਜਿਹਨੇ ਇਹ ਕਪਲਾ ਕੀਤਾ, ਜਿਹਨੇ ਦੋਸ਼ ਜਿਹਦੇ ਤੇ ਆਰੋਪ ਲੱਗ ਰਹੇ ਨੇ ਉਹ ਵਾਕਈ ਜੇ ਦੋਸ਼ੀ ਹੈ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ, ਤੇ ਨਾਲੇ ਉਹਦੇ ਤੋਂ ਇਹ ਜਿਹੜਾ ਕਬਜ਼ਾ ਮੁਕਤ ਵੀ ਕਰਾਇਆ ਜਾਣਾ ਚਾਹੀਦਾ, ਕਿਉਂਕਿ ਇਹ ਹੈਗਾ ਤਾਂ ਧਰਮ ਪ੍ਰਸਾਦ ਦਾ ਮਾਮਲਾ। ਇਸ ਕਰਕੇ ਸਾਡੀ ਵੀ ਸਰਕਾਰ ਨੂੰ ਵੀ ਬੇਨਤੀ ਹੈ ਤੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਬੇਨਤੀ ਹੈ ਵੀ ਇਹ ਮਾਮਲਾ ਜੇ ਕੋਈ ਤੁਹਾਡੇ ਧਿਆਨ 'ਚ ਆਇਆ, ਉਹਦੀ ਜਾਂਚ ਹੋ ਚੁੱਕੀ ਹੈ, ਇਨਕੁਆਇਰੀ ਹੋ ਚੁੱਕੀ ਹੈ, ਤੇ ਕੋਈ ਬੰਦਾ ਵਾਕਈ ਉਹਦੇ 'ਚ ਦੋਸ਼ੀ ਪਾਇਆ ਗਿਆ ਤੇ ਉਹਦੇ ਉੱਤੇ ਕਾਰਵਾਈ ਕਰਨ ਤੇ ਇੰਨਾ ਸਮਾਂ ਕਿਉਂ ਲੱਗ ਰਿਹਾ, ਇਹ ਸਮਝ ਤੋਂ ਪਰੇ ਹੈ। ਕੀ ਹੁਣ ਹਰ ਮਾਮਲੇ ਲਈ ਆਮ ਬੰਦੇ ਨੂੰ ਕੋਰਟਾਂ 'ਚ ਜਾਣਾ ਪਏਗਾ? ਇਹ ਵੀ ਬਹੁਤ ਵੱਡਾ ਸਵਾਲ ਹੈ। ਇਹ ਤੇ ਸਤਨਾਮ ਸਿੰਘ ਦਾਊ ਜਿਵੇਂ ਇਹਨਾਂ ਨੇ ਦੱਸਿਆ ਇੱਕ ਚਲਾ ਰਹੇ ਨੇ ਪੰਜਾਬ ਅਗੇਂਸਟ ਜਿਹੜੀ ਕਰਪਸ਼ਨ ਹੈ। ਬਹੁਤ ਸਾਰੇ ਮਸਲੇ ਪਹਿਲੇ ਵੀ ਇਹਨਾਂ ਨੇ ਚੁੱਕੇ ਨੇ ਪੰਜਾਬ ਨੂੰ ਲੈ ਕੇ, ਪਰ ਸਵਾਲ ਫਿਰ ਉਹੀ ਆ ਜਾਂਦਾ ਹੈ ਵੀ ਕੀ ਪੁਲਿਸ ਕੋਲੋਂ ਹਰ ਕੰਮ ਕਰਵਾਉਣ ਵਾਸਤੇ ਜਾਂ ਧਰਨੇ ਲੈਣੇ ਪੈਣਗੇ ਜਾਂ ਫਿਰ ਹਾਈ ਕੋਰਟ ਦਾ ਰੁਖ ਕਰਨਾ ਪਏਗਾ? ਇਹ ਬਹੁਤ ਵੱਡਾ ਸਵਾਲ ਹੈ। ਤੁਸੀਂ ਕੁਝ ਹੋਰ ਕਹਿਣਾ ਚਾਹੋ ਸਤਨਾਮ ਜੀ? ਨਹੀਂ ਦੇਖੋ, ਮੈਂ ਤਾਂ ਇੱਕ ਪੋਸਟ ਪਾਈ ਹੈ ਕੱਲ ਕਿ ਸਰਕਾਰ ਆਮ ਆਦਮੀ ਪਾਰਟੀ ਦੀ, ਕੀ ਫਤਿਹਗੜ੍ਹ ਸਾਹਿਬ ਪੁਲਿਸ ਬੀਜੇਪੀ ਦੀ ਹੈ, ਕਿ ਬੀਜੇਪੀ ਦਾ ਇੰਨੇ ਦਬਾਅ 'ਚ ਹੈ ਕਿ ਬਣਦਾ ਸਹੀ ਜਿਹੜਾ ਸਬੂਤਾਂ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ ਪਰਚਾ ਵੀ ਦਰਜ ਕਰ ਰਹੀ ਤੇ 1 ਸਾਲ ਤੋਂ ਸਾਡੇ ਲੋਕਾਂ ਨੂੰ ਲਟਕਾ ਰਹੀ ਹੈ। ਮੈਂ ਖੁਦ 15 ਤੋਂ 20 ਮੀਟਿੰਗਾਂ ਆਈਓ ਡੀਐਸਪੀ ਗੁਰਵੰਸ਼ ਬੈਂਸ ਨਾਲ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਨਾਲ ਕਰ ਚੁੱਕੇ ਹਾਂ, ਤੇ ਬੜੀ ਸਾਰੀ ਟੀਮ ਲੈ ਕੇ, ਤੇ ਪੁਲਿਸ ਦੇ ਕੰਨਾਂ ਤੇ ਜੂ ਨਹੀਂ ਸਰਕਦੀ, ਤਾਂ ਅਸੀਂ ਮਜਬੂਰ ਹੋਏ ਹਾਂ। ਅਸੀਂ ਤਾਂ ਸਰਕਾਰ ਕੋਲ ਮੰਤਰੀਆਂ ਤੱਕ ਵੀ ਜਾ ਚੁੱਕੇ ਹਾਂ, ਐਮਐਲਏ ਤੱਕ ਜਾ ਚੁੱਕੇ ਹਾਂ, ਡਿਪਟੀ ਸਪੀਕਰ ਵਿਧਾਨ ਸਭਾ ਤੱਕ ਜਾ ਚੁੱਕੇ ਹਾਂ। ਅਖੀਰ ਨੂੰ ਜਦੋਂ ਕੋਈ ਪੇਸ਼ ਨਹੀਂ ਚੱਲੀ ਤਾਂ ਅਸੀਂ ਮਜਬੂਰ ਹੋਏ ਹਾਂ ਕਿ ਹਾਈ ਕੋਰਟ ਅਸੀਂ ਕੇਸ ਦਾਇਰ ਕਰ ਰਹੇ ਹਾਂ। ਪਰ ਸਾਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਮੁਹਿੰਮ ਚਲਾ ਰਹੀ ਹੈ, ਮੈਂ ਸਮਰਥਕ ਹਾਂ ਪੰਜਾਬ ਸਰਕਾਰ ਦਾ। ਮੈਨੂੰ ਲੱਗਦਾ ਸੀ ਇਸ ਮਾਮਲੇ 'ਚ ਵੀ ਸਰਕਾਰ ਸਾਡੀ ਮਦਦ ਕਰੇਗੀ, ਪਰ ਪੁਲਿਸ ਅੱਗੇ ਸਰਕਾਰ ਬੇਬਸ ਹੈ, ਕਾਰਵਾਈ ਨਹੀਂ ਕਰਵਾ ਸਕੀ ਸਰਕਾਰ। ਉਹ ਤੇ ਸਤਨਾਮ ਜੀ ਲੱਗ ਹੀ ਰਿਹਾ, ਕਿਉਂਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਦੋਂ ਤੁਸੀਂ ਦੱਸਿਆ ਵੀ ਇੱਕ ਕੈਬਨਿਟ ਮਿਨਿਸਟਰ ਨੇ ਵੀ ਲਿਖਿਆ ਤੇ ਜਿਹੜੇ ਡਿਪਟੀ ਸਪੀਕਰ ਹੈ ਰੋੜੀ ਸਾਹਿਬ ਉਹਨਾਂ ਨੇ ਵੀ ਕਿਹਾ, ਤੇ ਫਿਰ ਵੀ ਮਾਮਲਾ ਦਰਜ ਨਹੀਂ ਹੋ ਰਿਹਾ। ਇਸ ਸਮਝ ਤੋਂ ਪਰੇ ਹੈ। ਚਲੋ, ਪੁਲਿਸ ਨੂੰ ਕੰਮ ਤਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ, ਤੇ ਪੁਲਿਸ ਦਾ ਕੰਮ ਵੀ ਹੈ ਜੇ ਵਾਕਈ ਕਿਸੇ ਨਾਲ ਠੱਗੀ ਵੱਜਦੀ ਹੈ ਤੇ ਉਸ ਜਿਹੜਾ ਠੱਗੀ ਮਾਰਦਾ ਹੈ ਉਹਦੇ ਖਿਲਾਫ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਐਗਜ਼ਾਮਪਲ ਸੈੱਟ ਹੋਵੇ। ਜੇ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਵੀ ਲੋਕ ਇਨਸਾਫ ਲੈਣ ਲਈ ਦਰ-ਦਰ ਭਟਕਦੇ ਰਹਿਣਗੇ, ਤੇ ਫਿਰ ਤਾਂ ਰੱਬ ਹੀ ਰਾਖਾ ਪੰਜਾਬ ਦਾ। ਠੀਕ ਹੈ ਸਤਨਾਮ ਜੀ, ਧੰਨਵਾਦ ਸਾਡੇ ਨਾਲ ਗੱਲ ਕਰਨੀ। ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ।